साहिब जी जय प्रसाद करहै पुन बहुदान। मन आठ पहर कर तिसका ध्यान। जय प्रसाद तू आचार व्यवहारी। तिस प्रभ को सास सास चितारी। जय प्रसाद तेरा सुंदर रूप। सो प्रभ सिमरो सदा अनूप। जय प्रसाद तेरी निकी जात। सो प्रभ सिमर सदा दिन रात। जय प्रसाद तेरी पत रहै। गुर प्रसाद नानक जस कहै। हाँ तिनकै बलहारनै जिन सच रखे आयुर थार। नानक नामै सब हरियावली। गुर कै शब्द विचार। विन तुद होर जे मंगना सिर दुखां के दुख। देह नाम संतोखिया उतरे। मन की भुख। ज़ाहरा ज़हूर हाजरा हजूर सर्व कला भरपूर समर्थ गुरु। लोक परलोक दे रख्यक भगत वशल। ज्ञान दा सागर प्रतख गुरु दसां पातशाहियां दी जोत। श्री गुरु ग्रंथ साहिब महाराज जी दी पावन पवित्र गोद हजूरी दे विच गुरु शब्द दे नाल जुड़ बैठी जुड़ रही गुरु प्यारी साध संगत जी वड भागे हाँ, कर्मां वाले हाँ। साडा जीवन साडे सवास चल रहे हैं। शुक्र है दाता जी का उद्यम दिता है, चाओ दिता है, तंदुरुस्ती बख्शी और दुनिया की सब तो कीमती वस्तु अपना नाम ते अपनी गोद बख्शिश की है। जिसनों सतगुरु जी की बाणी सरवण करनों मिल जाए, जिसनों गुरु की गोद विच बैठन का सबब मौका मिल जाए, वो दुनिया दे विच सब तो वध भागां वाला जां कर्मां वाला वो इंसान है। क्योंकि बिन भागा सत संग ना लभै, बिन संगत मैल भरीजै जियो।
ਦੁਨੀਆ ਬਹੁਤ ਗਿਣਤੀ ਦੇ ਵਿੱਚ ਆਪਣੀ ਜ਼ਿੰਦਗੀ ਲੋਕ ਬਤੀਤ ਕਰ ਰਹੇ ਹਨ। ਸਾਰੇ ਇਸ ਵੇਲੇ ਸਤਸੰਗੀ ਨਹੀਂ ਹਨ, ਸਤਸੰਗ ਵਿੱਚ ਨਹੀਂ ਜੁੜੇ ਹਨ, ਸ਼ਬਦ ਜਾਂ ਸ਼ਬਦ ਦੀ ਵਿਚਾਰ ਨੂੰ ਨਹੀਂ ਸਰਵਣ ਕਰ ਰਹੇ ਹਨ। ਪਰ ਜੋ ਕਰ ਰਹੇ ਹੈ ਬਾਣੀ ਦੇ ਮੁਤਾਬਕ ਅਸੀਂ ਉਸ ਨੂੰ ਵਡਭਾਗੇ ਕਹਿ ਸਕਦੇ ਹਾਂ, ਕਿਉਂਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਮੈਨੂੰ ਸੰਗਤ ਨੇ ਇਹ ਪੜ੍ਹਾ ਦਿੱਤਾ, ਇਹ ਸੁਣਾ ਦਿੱਤਾ, ਇਹ ਜਨਾ ਦਿੱਤਾ, ਇਹ ਜਗਾ ਦਿੱਤਾ ਵੀ ਸੰਸਾਰ ਦੇ ਵਿੱਚ ਚੱਲਣਾ ਕਿਸ ਤਰੀਕੇ ਦੇ ਨਾਲ ਹੈ, ਰਹਿਣਾ ਵਰਤਣਾ ਕਿਸ ਤਰੀਕੇ ਦੇ ਨਾਲ ਹੈ। ਦੁਨੀਆ ਦੇ ਵਿੱਚ ਤੂੰ ਇੱਕ ਦੂਜੇ ਨਾਲ ਮਿਲਣਾ ਕਿਸ ਤਰੀਕੇ ਦੇ ਨਾਲ ਹੈ, ਅਪਣਾਉਣਾ ਕਿਸ ਨੂੰ ਹੈ ਤੇ ਛੱਡਣਾ ਕਿਸ ਨੂੰ ਹੈ। ਇਹ ਸਾਡੇ ਗੁਰੂਆਂ ਨੇ ਸਾਨੂੰ ਆਪਣੀ ਪਵਿੱਤਰ ਬਾਣੀ ਰਾਹੀਂ ਦੱਸਿਆ। ਰੋਜ਼ ਰੌਸ਼ਨੀ ਦਿੰਦੇ ਹਨ, ਰੋਜ਼ ਗਿਆਨ ਦਾ ਚਿਰਾਗ ਜਗਾ ਕੇ ਸਾਨੂੰ ਸਿੱਧੇ ਰਸਤੇ ਮਹਾਰਾਜ ਜੀ ਪਾਉਂਦੇ ਹਨ। ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ, ਵਾਰ-ਵਾਰ ਕੋਈ ਵੀ ਚੀਜ਼ ਕੀਤੀ ਜਾਵੇ, ਚੰਗੀ ਚਾਹੇ ਮਾੜੀ, ਵਾਰ-ਵਾਰ ਕੋਈ ਵੀ ਚੀਜ਼ ਕੀਤੀ ਜਾਏ, ਚਾਹੇ ਚੰਗੀ ਚਾਹੇ ਮਾੜੀ, ਉਹਦੀ ਆਦਤ ਪੈ ਜਾਂਦੀ ਹੈ। ਕੋਈ ਵਾਰ-ਵਾਰ ਬਾਣੀ ਪੜ੍ਹੀ ਜਾਵੇ, ਉਹ ਰਾਤ ਨੂੰ ਸੁੱਤਾ ਪਿਆ ਵੀ ਬਾਣੀ ਪੜ੍ਹੇਗਾ। ਜੇ ਕੋਈ ਵਾਹਿਗੁਰੂ ਦਾ ਅਭਿਆਸ ਬੈਠ ਕੇ ਕਰਦਾ ਤੇ ਉਸ ਨੂੰ ਜੇ ਕਿਧਰੇ ਰੈਸਟ ਕਰੇਗਾ ਜਾਂ ਖਾਲੀ ਸਮਾਂ ਹੋਏਗਾ, ਉਹੀ ਚੀਜ਼ ਰਿਪੀਟ ਹੁੰਦੀ ਰਹੇਗੀ। ਤੇ ਜੇ ਕੋਈ ਗਲਤ ਸੰਗਤ ਜਾਂ ਗਲਤ ਕਰਮ ਕਰੇਗਾ, ਉਹ ਵੀ ਚੀਜ਼ ਜਿਹੜੀ ਹੈ ਰਿਪੀਟ ਹੋਵੇਗੀ। ਉਹ ਵੀ ਚੀਜ਼ ਜਿਹੜੀ ਹੈ ਮੁੜ-ਮੁੜ ਵਾਰ-ਵਾਰ ਧਿਆਨ ਵਿੱਚ ਆਵੇਗੀ। ਚੰਗੀ ਚੀਜ਼ ਵੀ ਵਾਰ-ਵਾਰ ਧਿਆਨ ਵਿੱਚ ਆਉਂਦੀ ਹੈ, ਮਾੜੀ ਸੋਚ ਵਿਚਾਰ ਜਾਂ ਕੀਤਾ ਹੋਇਆ ਕੋਈ ਕੰਮ ਇਹ ਵੀ ਵਾਰ-ਵਾਰ ਧਿਆਨ ਵਿੱਚ ਆਉਂਦਾ ਹੈ। ਪਰ ਜਿਹੜਾ ਮਾੜੀ ਵਿਚਾਰ ਜਿਹੜੀ ਹੈ ਉਹਦਾ ਪ੍ਰਭਾਵ ਜਿਹੜਾ ਹੈ ਉਹ ਬੁਰਾ ਪੈਂਦਾ ਮਨ ਤੇ। ਜੋ ਚੰਗੀ ਸੋਚ ਹੈ, ਚੰਗਾ ਸੋਚਣਾ ਹੈ, ਚੰਗੀ ਚੀਜ਼ ਨੂੰ ਗ੍ਰਹਿਣ ਕਰਨਾ, ਇਹ ਸਾਡੀ ਸੁਰਤੀ ਬਿਰਤੀ ਨੂੰ, ਵਿਚਾਰਾਂ ਨੂੰ ਬਹੁਤ ਪਾਕ ਪਵਿੱਤਰ ਬਣਾਉਂਦੀ ਹੈ। ਇਸ ਲਈ ਜੋ ਸਮਾਂ ਬੀਤ ਰਿਹਾ ਹੈ, ਉਸ ਸਮੇਂ ਦਾ ਅਸਰ ਸਾਡੇ ਤਨ ਔਰ ਮਨ ਤੇ ਪੂਰਾ ਹੁੰਦਾ ਹੈ, ਪੂਰਨ ਤੌਰ ਤੇ। ਸੋ ਜਦੋਂ ਅਸੀਂ ਰੋਜ਼ ਸਤਸੰਗ ਕਰਦੇ ਹਾਂ, ਸ਼ਬਦ ਬਾਣੀ ਸੁਣਦੇ ਹਾਂ ਜਾਂ ਲੈਕਚਰ ਅਟੈਂਡ ਕਹਿ ਦਈਏ ਕਰਦੇ ਹਾਂ ਗੁਰੂ ਮਹਾਰਾਜ ਜੀ ਦਾ, ਸਾਡਾ ਤੇ ਸਾਡੇ ਜੀਵਨ ਦੇ ਵਿੱਚ ਸੱਚ ਜਿਹੜਾ ਹੈ ਉਹ ਆਉਣਾ ਸ਼ੁਰੂ ਹੋ ਜਾਂਦਾ ਹੈ। ਸੱਚ ਦਾ ਬੀਜ ਜੰਮਣਾ ਸ਼ੁਰੂ ਹੋ ਜਾਂਦਾ ਹੈ, ਪ੍ਰਫੁੱਲਤ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਕੋਈ ਬੀਜ ਪ੍ਰਫੁੱਲਤ ਹੋਣਾ ਸ਼ੁਰੂ ਹੋ ਜਾਏ, ਆਸ ਬੰਦੇ ਨੂੰ ਹੋ ਜਾਂਦੀ ਹੈ ਵੀ ਇਹ ਫਲ ਵੀ ਦੇਵੇਗਾ। ਬੰਦਾ ਛੱਟਾ ਦੇ ਕੇ ਜ਼ਮੀਨ ਦੇ ਵਿੱਚ ਦਾਣਿਆਂ ਦਾ, ਬੀਜ ਦਾ, ਮੁੜ ਕੇ ਦੇਖਦਾ ਵੀ ਬੀਜ ਪੁੰਗਰਿਆ। ਜੇ ਪੁੰਗਰਿਆ ਨਾ ਹੋਵੇ, ਉਹਨੂੰ ਚਿੰਤਾ ਲੱਗ ਜਾਂਦੀ ਹੈ, ਉਹ ਇੱਕ ਦੂਜੇ ਦੀ ਸਲਾਹ ਲੈਂਦਾ ਹੈ। ਖੇਤੀਬਾੜੀ ਮਾਹਰ ਲੋਕਾਂ ਦੀ ਸਲਾਹ ਲੈਂਦਾ ਹੈ ਵੀ ਇਹ ਬੀਜ ਪੁੰਗਰਿਆ ਕਿਉਂ ਨਹੀਂ। ਨਿਰਾਸ਼ਾ ਹੋ ਜਾਂਦੀ ਹੈ ਜੇ ਬੀਜ ਪੁੰਗਰੇ ਨਾ। ਤੇ ਜੇ ਬੀਜ ਪੁੰਗਰਨਾ ਸ਼ੁਰੂ ਹੋ ਜਾਵੇ, ਖੇਤਾਂ ਨੂੰ, ਪੈਲੀ ਨੂੰ ਚੱਕਰ ਮਾਰੇ, ਪਤਾ ਲੱਗ ਜਾਏ ਵੀ ਬੀਜ ਜਿਹੜਾ ਪੁੰਗਰ ਪਿਆ, ਖੁਸ਼ ਹੁੰਦਾ
ਵੀ ਬੀਜ ਚੱਲ ਪਿਆ, ਚੰਗੀ ਕਿਸਮ ਹੈ, ਚੰਗੀ ਕਿਸਮ ਹੈ, ਖੁਸ਼ ਹੋ ਜਾਂਦਾ। ਸੱਚ ਇੱਕ ਬੀਜ ਹੈ, ਨਾਮ ਇੱਕ ਬੀਜ ਹੈ। ਜਦੋਂ ਨਾਮ ਜਾਂ ਸੱਚ ਨੂੰ ਕਮਾਉਣ ਦੇ ਨਾਲ ਮਨ ਨੂੰ ਦੇਖਿਆ ਜਾਂਦਾ ਵੀ ਮਨ ਵਿੱਚ ਕੋਈ ਬਦਲਾਵ ਆਉਂਦਾ। ਜੇ ਤੇ ਮਨ ਵਿੱਚ ਬਦਲਾਵ ਆਉਂਦਾ ਫਿਰ ਤੇ ਲੱਖ ਖੁਸ਼ੀਆਂ। ਜੇ ਮਨ ਵਿੱਚ ਕੋਈ ਵੀ ਬਦਲਾਵ ਨਹੀਂ ਆਉਂਦਾ, ਜੇ ਸੁਭਾਅ ਦੇ ਵਿੱਚ, ਜੀਵਨ ਵਿੱਚ ਕੋਈ ਵੀ ਬਦਲਾਵ ਨਹੀਂ ਆਉਂਦਾ, ਇਹਦਾ ਮਤਲਬ ਬੀਜ ਭਾਵੇਂ ਹੈ ਪਰ ਇਹ ਪੁੰਗਰਨਾ ਸ਼ੁਰੂ ਨਹੀਂ ਹੋਇਆ, ਇਹਦੀ ਹਰਿਆਲੀ ਦਿਸਣੀ ਸ਼ੁਰੂ ਨਹੀਂ ਹੋਈ। ਜਦ ਬੀਜ ਪੁੰਗਰਿਆ ਹੀ ਨਹੀਂ, ਹਰਿਆਲੀ ਆਈ ਨਹੀਂ, ਤੇ ਫਿਰ ਫਲ ਦੀ ਆਸ ਬੰਦਾ ਕਿੱਥੋਂ ਰੱਖੇਗਾ। ਨਾਮ ਨੂੰ ਬਾਣੀ ਵਿੱਚ ਸਿੱਧਾ ਹੀ ਆਖਿਆ, ਨਾਮ ਬੀਜ। ਬੀਜ ਇੱਕ ਬੀਜ ਹੁੰਦਾ, ਇੱਕ ਬੀਜਣਾ ਹੁੰਦਾ। ਅਰਥ ਕੋਈ ਵੀ ਕਰ ਸਕਦੇ ਹਾਂ ਅਸੀਂ, ਕਿਉਂਕਿ ਗੁਰਬਾਣੀ ਦਾ ਇਸ਼ਾਰਾ ਇੱਕ ਤਰਫਾ ਨਹੀਂ, ਬਹੁਤ ਤਰਫਾ। ਨਾਮ ਤੇ ਜੇ ਅਸੀਂ ਵਿਸਰਾਮ ਲਾ ਦਈਏ ਅਰਥ ਹੋਰ ਨਿਕਲ ਜਾਂਦਾ, ਨਾਮ ਬੀਜ ਤੇ ਅਸੀਂ ਵਿਸਰਾਮ ਲਾ ਦਈਏ ਅਰਥ ਕੋਈ ਹੋਰ ਨਿਕਲ ਜਾਂਦਾ। ਸੋ ਪੋਜ਼ਿਟਿਵ ਇਸ਼ਾਰਾ ਹੋਵੇ, ਚੰਗੇ ਪਾਸੇ ਨੂੰ ਖਿਆਲ ਹੋਵੇ, ਫਿਰ ਕੋਈ ਵੀ ਅਰਥ ਮਾੜਾ ਨਹੀਂ। ਆਪ ਆਪਣੀ ਬੁੱਧ ਹੈ ਜੇਤੀ, ਮਨ ਨੂੰ ਸਹੀ ਰਸਤਾ ਦਿਖਾਉਂਦਾ ਹੋਵੇ ਗੁਰਬਾਣੀ ਦਾ ਅਰਥ, ਫਿਰ ਕੋਈ ਗੱਲ ਨਹੀਂ। ਪਰ ਜੇ ਗਲਤ ਪਾਸੇ ਲੈ ਕੇ ਜਾਂਦਾ ਮਨ ਨੂੰ, ਫਿਰ ਉਹ ਅਰਥ ਵੀ ਅਨਰਥ ਹੈ। ਸੋ ਇਸ ਲਈ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਇਹ ਸਾਡੇ ਸਤਿਗੁਰਾਂ ਨੇ, ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ ਵਿੱਚ ਇਹ ਦੱਸਿਆ, ਇਹ ਸਾਨੂੰ ਸ਼ਰਵਣ ਕਰਵਾਇਆ, ਅੰਕਿਤ ਹੈ। ਸੋ ਆਓ ਗੁਰੂ ਜੀ ਮਿਹਰ ਕਰਨ, ਲੜੀਵਾਰ ਸ਼ਬਦ ਦੀ ਵਿਚਾਰ ਨੂੰ ਆਰੰਭ ਕਰਦੇ ਹਾਂ। ਬਹੁਤ ਪਿਆਰਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਜਿਸ ਦੀਆਂ ਪੰਕਤੀਆਂ ਅਸੀਂ ਸ਼ਰਵਣ ਕੀਤੀਆਂ ਹਨ। ਔਰ ਗੁਰੂ ਮਿਹਰ ਕਰੇ ਇਹ ਪੰਕਤੀਆਂ ਸਾਡੇ ਹਿਰਦੇ ਵਿੱਚ ਵਸ ਜਾਣ, ਔਰ ਸਾਡਾ ਜੀਵਨ ਗੁਰਮਤਿ ਵਾਲਾ ਹੋ ਜਾਏ। ਬਾਣੀ ਦੀ ਪੰਕਤੀ ਦੀ ਆਰੰਭਤਾ ਹੈ, ਜਹ ਪ੍ਰਸਾਦ ਕਰਹਿ ਪੁੰਨ ਬਹੁ ਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ। ਮਹਾਰਾਜ ਜੀ ਕਹਿੰਦੇ ਜਿਸ ਪ੍ਰਭੂ ਦੀ ਕਿਰਪਾ ਦੇ ਨਾਲ ਤੂੰ ਪੁੰਨ ਦਾਨ ਕਰਦਾ ਹੈ, ਪੁੰਨ ਦਾਨ ਕਰਦਾ ਹੈ। ਜੋ ਪੁੰਨ ਦਾਨ ਕਰਦਾ ਉਹਨੂੰ ਕਿਹਾ, ਜੋ ਪੁੰਨ ਦਾਨ ਨਹੀਂ ਕਰਦਾ ਉਹਨੂੰ ਨਹੀਂ ਕਿਹਾ। ਜੋ ਪੁੰਨ ਦਾਨ ਕਰਦਾ ਉਸ ਨੂੰ ਆਖਿਆ, ਜੋ ਪੁੰਨ ਦਾਨ ਨਹੀਂ ਕਰਦਾ ਉਸ ਨੂੰ ਨਹੀਂ ਆਖਿਆ। ਪੁੰਨ ਦਾਨ ਦੀ ਜਦੋਂ ਗੱਲ ਆਉਂਦੀ ਹੈ, ਸਾਨੂੰ ਲੱਗਦਾ ਹੈ ਕੋਈ ਖਾਸ ਚੀਜ਼ਾਂ ਜਾਂ ਵਸਤੂਆਂ, ਇਹਨੂੰ ਪੁੰਨ ਦਾਨ ਕਹਿੰਦੇ ਨੇ। ਪੈਸੇ ਦੇਣੇ, ਕੱਪੜਾ ਲੀੜਾ ਦੇਣਾ, ਜੋੜਾ ਦੇਣਾ, ਫਲ ਦੇਣਾ, ਕੋਈ ਸਮੱਗਰੀ ਦੇਣੀ, ਕੋਈ ਸਤਨਾਜਾ ਦਿੰਦਾ, ਕੋਈ ਕੁਛ ਕਰਦਾ, ਸ਼ਾਇਦ ਇਹਨੂੰ ਪੁੰਨ ਦਾਨ ਕਹਿੰਦੇ। ਠੀਕ ਹੈ, ਇਹ ਵੀ ਪੁੰਨ ਦਾਨ ਹੈ, ਪਰ ਇਕੱਲਾ ਇਸ ਨੂੰ ਪੁੰਨ ਦਾਨ ਨਹੀਂ ਕਹਿੰਦੇ, ਹੋਰ ਵੀ ਬਹੁਤ ਪੁੰਨ ਦਾਨ ਹੈ। ਪੁੰਨ ਦਾਨ ਕੇਵਲ ਵਸਤੂਆਂ ਦੇ ਨਾਲ ਨਹੀਂ ਹੁੰਦਾ। ਪੁੰਨ ਦਾਨ ਦਾ ਮਤਲਬ ਹੁੰਦਾ ਕੋਈ ਚੀਜ਼ ਭੇਟਾ ਕਰਕੇ ਕਿਸੇ ਦੀ ਮਦਦ ਕਰ ਦੇਣੀ, ਕਿਸੇ ਦਾ ਭਲਾ ਕਰ ਦੇਣਾ। ਭਲਾ ਪੈਸਿਆਂ ਦੇ ਨਾਲ ਵੀ ਹੋ ਜਾਂਦਾ, ਭਲਾ ਲੰਗਰ ਛਕਾਉਣ ਦੇ ਨਾਲ ਵੀ ਹੋ ਜਾਂਦਾ, ਭਲਾ ਕਿਸੇ ਨੂੰ ਬਸਤਰ ਲੀੜੇ ਕੱਪੜੇ ਦੇਣ ਨਾਲ ਵੀ ਹੋ ਜਾਂਦਾ, ਭਲਾ ਕਿਸੇ ਨੂੰ ਸਹੀ ਰਸਤੇ ਪਾਉਣ ਨਾਲ ਵੀ ਹੋ ਜਾਂਦਾ। ਕੋਈ ਕੁਰਾਹੇ ਪਿਆ, ਕੋਈ ਸਮਝਦਾ ਨਹੀਂ, ਉਹਨੂੰ ਸਮਝਾ ਦਿੱਤਾ ਜਾਏ, ਇਹ ਵੀ ਭਲਾਈ ਹੈ, ਇਹ ਵੀ ਪੁੰਨ ਹੀ ਹੈ। ਜੇ ਕੋਈ ਵਿਗੜਿਆ ਉਸ ਨੂੰ ਸੁਧਾਰ ਦਿੱਤਾ ਜਾਏ, ਇਹ ਵੀ ਭਲਾ ਹੈ, ਇਹ ਵੀ ਪੁੰਨ ਨਹੀਂ ਹੈ, ਇਹ ਵੀ ਇੱਕ ਦਾਨ ਹੀ ਹੈ। ਔਰ ਜੇ ਕੋਈ ਕਿਸੇ ਮੁਸੀਬਤ ਵਿੱਚ ਕੋਈ ਫਸੇ ਹੈ, ਜ਼ਰੂਰੀ ਨਹੀਂ ਵੀ ਪੈਸੇ ਖਰਚ ਕੀਤੇ ਜਾਣ,
ਉਸ ਨੂੰ ਉਸ ਮੁਸੀਬਤ ਦੇ ਵਿੱਚੋਂ ਸਪੋਰਟ ਕਰਕੇ, ਹੈਲਪ ਕਰਕੇ ਕੱਢ ਦਿੱਤਾ ਜਾਏ ਕਿਸੇ ਵੀ ਤਰੀਕੇ ਦੇ ਨਾਲ, ਇਹ ਵੀ ਪੁੰਨ ਦਾਨ ਹੈ। ਕਿਸੇ ਦੀ ਜ਼ਿੰਦਗੀ ਦੇ ਵਿੱਚ ਦੁਰਮਤ ਆ ਗਈ ਹੈ, ਕਿਸੇ ਦੀ ਜ਼ਿੰਦਗੀ ਜਾਂ ਕਨਫਿਊਜ਼ਨ ਹੈ, ਉਹ ਬੰਦਾ ਕਨਫਿਊਜ਼ਡ ਹੈ, ਉਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਗਾਈਡ ਕਰ ਦੇਣਾ, ਇਹ ਵੀ ਪੁੰਨ ਦਾਨ ਹੈ। ਜਾਂ ਮੈਂ ਹੋਰ ਸਿੱਧੀ ਉਦਾਹਰਨ ਦਿੰਦਾ, ਜਿਨ੍ਹਾਂ ਟੀਚਰਾਂ ਕੋਲੋਂ, ਅਧਿਆਪਕਾਂ ਕੋਲੋਂ ਅਸੀਂ ਪੜ੍ਹੇ ਹਾਂ, ਉਸ ਸਮੇਂ 10-10, 20-20 ਪੈਸੇ ਫੀਸ, 1 ਰੁਪਈਆ 2 ਰੁਪਏ ਫੀਸ ਦੇ ਕੇ ਪੜ੍ਹੇ ਹਾਂ, ਉਹ ਕੋਈ ਪੜ੍ਹਾਈ ਦਾ ਮੁੱਲ ਨਹੀਂ। ਜਿਸ ਨੇ ਸਾਨੂੰ ਕੋਈ ਅੱਖਰ ਸਿਖਾਇਆ ਗਿਆਨ ਦਾ, ਜਿਸ ਨੇ ਸਾਨੂੰ ਕੋਈ ਰਾਹ ਦੱਸਿਆ ਸੰਸਾਰ ਦਾ, ਨਿਰੰਕਾਰ ਦਾ, ਇਹ ਬਹੁਤ ਵੱਡਾ ਪੁੰਨ ਦਾਨ ਹੈ। ਸੰਸਾਰ ਦੇ ਵਿੱਚ ਬਾਂਹ ਫੜ ਕੇ ਤੁਰਨਾ, ਕਿਸੇ ਨੂੰ ਤੋਰਨਾ, ਇਹ ਬਹੁਤ ਵੱਡਾ ਦਾਨ ਹੈ। ਇਹ ਦਾਨ ਸਾਰਿਆਂ ਨੂੰ ਕਰਨਾ ਚਾਹੀਦਾ, ਕਿਉਂਕਿ ਪੈਸੇ ਦਾ ਦਾਨ, ਕੱਪੜਿਆਂ ਦਾ ਦਾਨ ਜਾਂ ਹੋਰ ਕਿਸੇ ਪਦਾਰਥਾਂ ਦਾ ਦਾਨ ਤੇ ਇੱਕ ਅਮੀਰ ਕਰ ਸਕਦਾ, ਤੇ ਜਿਹੜਾ ਵਿਚਾਰਾ ਆਪਣੀ 2 ਵਕਤ ਦੀ ਰੋਟੀ ਨਹੀਂ ਪੂਰੀ ਕਮਾ ਸਕਦਾ, ਉਹ ਪੁੰਨ ਦਾਨ ਕਿਵੇਂ ਕਰੇ? ਪਰ ਉਹ ਵੀ ਕਰ ਸਕਦਾ, ਉਹ ਵੀ ਕਰ ਸਕਦਾ। ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਪੁੰਨ ਦਾਨ ਕੇਵਲ ਰੁਪਈਏ ਦੇ ਨਾਲ ਨਹੀਂ ਹੁੰਦਾ। ਚੰਗੀ ਸੋਚ ਨੂੰ, ਸੋਚ ਦੇ ਵਿੱਚ ਸੱਚ ਹੈ, ਸੋਚ ਦੇ ਵਿੱਚ ਸੱਚ ਹੈ, ਔਰ ਸੱਚ ਨੂੰ ਸ਼ੇਅਰ ਕੀਤਾ ਜਾਏ, ਸੱਚ ਨੂੰ ਵੰਡਿਆ ਜਾਏ। ਕਿਸੇ ਦੇ ਵਿੱਚ ਚੰਗੇ ਗੁਣ ਹਨ, ਉਹਨਾਂ ਗੁਣਾਂ ਨੂੰ ਸ਼ੇਅਰ ਕੀਤਾ ਜਾਏ, ਉਹਨਾਂ ਗੁਣਾਂ ਨੂੰ ਵੰਡਿਆ ਜਾਏ। ਜੇ ਕਿਸੇ ਕੋਲ ਕੋਈ ਨੁਕਤੇ ਹਨ ਕਿਸੇ ਵੀ ਕਿਸਮ ਦੇ, ਉਹਨਾਂ ਨੁਕਤਿਆਂ ਨੂੰ ਵੰਡਿਆ ਜਾਏ, ਉਹਨਾਂ ਨੁਕਤਿਆਂ ਨੂੰ ਸ਼ੇਅਰ ਕੀਤਾ ਜਾਏ। ਚਾਹੇ ਕੋਈ ਤਕਨੀਕ ਹੈ, ਚਾਹੇ ਕੋਈ ਹੋਰ ਚੀਜ਼ਾਂ ਹਨ, ਜਦੋਂ ਅਸੀਂ ਵੰਡਦੇ ਹਾਂ, ਉਹਨੂੰ ਸ਼ੇਅਰ ਕਰਦੇ ਹਾਂ, ਇਹ ਪੁੰਨ ਦਾਨ ਦੇ ਵਿੱਚ ਆ ਜਾਂਦੇ ਨੇ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਨੇ, ਤੂੰ ਸ਼ੁਕਰ ਕਰ, ਤੈਨੂੰ ਰੱਬ ਨੇ ਐਸਾ ਬਣਾਇਆ ਵੀ ਤੂੰ ਪੁੰਨ ਦਾਨ ਕਰ ਸਕਦਾ। ਦੁਨੀਆ ਦੇ ਵਿੱਚ ਬਹੁਤ ਲੋਕ ਐਸੇ ਨੇ ਜਿਹੜੇ ਭਿਖਾਰੀ ਨੇ, ਉਹ ਹਮੇਸ਼ਾ ਦਾਨ ਲੈਂਦੇ ਹੀ ਨੇ, ਉਹ ਹਮੇਸ਼ਾ ਹੱਥ ਅੱਡਦੇ ਹੀ ਨੇ। ਸ਼ੁਕਰ ਕਰਨਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਉਸ ਮਾਲਕ ਦਾ ਹੱਥ ਸਾਰੀ ਦੁਨੀਆ ਗੁਰੂ ਦੇ ਅੱਗੇ ਅੱਡਦੀ ਹੈ, ਪਰ ਸੰਸਾਰ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ, ਸਾਨੂੰ ਹੱਥ ਅੱਡਣ ਦੀ ਜ਼ਰੂਰਤ ਨਾ ਪਵੇ, ਹੱਥ ਅੱਡੀਏ ਤੇ ਆਪਣੇ ਗੁਰੂ ਅੱਗੇ। ਜੇ ਕੋਈ ਕਿਸੇ ਸੰਸਾਰ ਦੇ ਬੰਦੇ ਅੱਗੇ ਹੱਥ ਨਹੀਂ ਅੱਡਦਾ ਤੇ ਉਸ ਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ, ਮੈਨੂੰ ਇਸ ਤਰ੍ਹਾਂ ਦਾ ਰੱਬ ਨੇ ਬਣਾਇਆ ਜਾਂ ਇਹ ਕੁਝ ਦਿੱਤਾ ਹੋਇਆ, ਮੈਂ ਕਿਸੇ ਦਾ ਮੁਹਤਾਜ ਨਹੀਂ। ਇਹ ਵੀ ਬੜੀ ਕਿਰਪਾ ਹੈ ਰੱਬ ਦੀ। ਮੁਹਤਾਜੀ ਬਹੁਤ ਮਾੜੀ ਹੈ। ਭਗਤ ਫਰੀਦ ਜੀ ਕਹਿੰਦੇ ਨੇ, ਜੇ ਮੁਹਤਾਜੀ ਦੇਣੀ ਹੈ ਤਾਂ ਮੈਨੂੰ ਮਾਰ ਹੀ ਸੁੱਟ। ਫਰੀਦਾ ਬਾਰ ਪਰਾਈਏ ਬੈਸਨਾ, ਸਾਈਂ ਮੁਝੇ ਨਾ ਦੇ। ਕਿਸੇ ਦੇ ਦਰਵਾਜ਼ੇ ਦੇ ਘਰ ਜਾ ਕੇ ਮੈਂ ਹੱਥ ਹੀ ਅੜਦਾ ਰਵਾਂ, ਹੈਲਪ ਹੀ ਮੰਗਦਾ ਰਵਾਂ, ਮੇਰੇ ਕੋਲ ਕੁਝ ਨਹੀਂ, ਮੈਨੂੰ ਦੇ ਦਿਓ, ਤੇ ਫਿਰ ਇਹਦੇ ਨਾਲੋਂ ਤੇ ਜੀਵਨ ਨਾ ਹੀ ਦੇ ਤੇ ਅੱਛਾ। ਫਰੀਦਾ ਬਾਰ ਪਰਾਈਐ ਬੈਸਨਾ, ਸਾਈਂ ਮੁਝੇ ਨਾ ਦੇ। ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋ ਲੈ, ਐਦਾਂ ਨਾ ਰੱਖੀ। ਮੈਂ ਤੇਰੀ ਮੁਹਤਾਜੀ ਕਰਾਂ, ਮੈਂ ਤੇਰੀ ਚਾਕਰੀ ਕਰਾਂ, ਮੈਂ ਤੇਰੀ ਨੌਕਰੀ ਕਰਾਂ, ਬਸ ਬਾਕੀ ਸਭ ਦਾ ਸਤਿਕਾਰ ਕਰਾਂ। ਮੈਂ ਤੇਰਾ ਗੋਲਾ ਬਣ ਕੇ ਰਵਾਂ, ਮੈਂ ਤੇਰਾ ਗੁਲਾਮ ਬਣ ਕੇ ਰਵਾਂ, ਸਿਰਫ ਮੈਂ ਗੁਲਾਮ ਬਣਨਾ ਤੇ ਤੇਰਾ। ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਾਰ। ਮੈਂ ਗੁਲਾਮ ਬਣਨਾ ਤੇ ਤੇਰਾ, ਹੋਰ ਕਿਸੇ ਦੀ ਗੁਲਾਮੀ ਨਹੀਂ। ਮੈਂ ਸਤਿਕਾਰ ਜ਼ਰੂਰ ਕਰਾਂਗਾ ਜੋ ਤੁਸੀਂ ਸਿਖਾਇਆ ਮਹਾਰਾਜ, ਪਰ ਗੁਲਾਮੀ ਨਹੀਂ। ਮੈਂ ਮੁਹਤਾਜੀ ਨਹੀਂ ਕਿਸੇ ਦੀ ਕਰਨੀ, ਮੈਂ ਤੁਹਾਡੀ ਕਰਾਂਗਾ। ਮੈਂ ਚਾਕਰ ਤੁਹਾਡਾ ਬਣਾਂਗਾ। ਹਮ ਚਾਕਰ ਗੋਬਿੰਦ ਕੇ ਠਾकुर ਮੇਰਾ ਭਾਰਾ। ਮੈਂ ਦਾਸ ਤੇਰਾ ਬਣਾਂਗਾ, ਮੈਂ ਗੋਲਾ ਤੇਰਾ ਬਣਾਂਗਾ, ਕਿਉਂਕਿ ਮੇਰੀ ਹੋਂਦ ਹੀ ਤੇਰੇ ਕਰਕੇ ਹੈ, ਮੇਰੀ ਹੋਂਦ ਹੀ ਤੇਰੇ ਕਰਕੇ ਹੈ। ਇਸ ਕਰਕੇ
मैं दासन दास हाँ, मैं गोला हाँ, मैं चाकर हाँ तेरे घर दा। सो गुरु महाराज जी की बड़ी प्यारी पंक्ति आरंभ हुई है, जह प्रसाद करे पुन बहु दान, मन आठ पैर कर तिसका ध्यान। उसनू याद करिया कर, उसनू अपने ध्यान विच रखिया कर, भुलाई ना। जिवें परिवार ध्यान विच रहिंदा, जिवें पति ध्यान विच रहिंदा, पत्नी ध्यान विच रहिंदी, बच्चे ध्यान विच रहिंदे ने, मित्र सज्जन ध्यान विच रहिंदे ने, उहदे नालों भी ज़्यादा ध्यान विच परमात्मा नूं रख। जिस करके तू है, जिस करके तेरी होंद है, जिस करके तेरे को सुख ने, जिस करके तेरे को अहुदे ने, जिस करके तेनों वडियाई मिलती है, जिस करके तू सैटिस्फाई है, जिस करके तू शांति दे विच जीवन गुजार रहे हैं, उन्होंने ध्यान विच रखी। उन्होंने भुलाई ना, कदे भी ना। उन्होंने भुलाउणा बहुत वड्डा घट है। परमेश्वर ते भुले आ, व्यापन सबे रोग, नाम नियम गुण डिसिपलिन, ये चीज़ों को भुलाउणा घाटा ही घट है। सो सतगुरु जी फरमान करे अगली पंक्ति, जय प्रसाद तू आचार व्यवहारी। आचार व्यवहार बंदे दे जीवन दे विच, आचार व्यवहार जीवन दे विच चलना, जीवन दे विच वरतना, वरताओ, ये सारिया चीज़ां महाराज जी कहते ने, जो भी तू रीतां रस्मां आचार विहार करदा है, ओदी मेहर नाल करदा है। जेड़े भी रीति रिवाज तू निभाउना है, चाहे कोई भी किसी भी तरह दे शगना वाले हैं, चाहे दूजे हैं, सो महाराज जी फरमान करते हैं, ओदी कृपा दे नाल ही, जां इंज कह लईए साफ साफ, जिन्ने भी फर्ज तू अदा कर रहे हैं ना, असी कह दिंने आ भी मैं अपने फर्ज बाखूबी अदा करदा हाँ। जां इंज बंदा भी कह दिंदा मैं अपनी सारी जिंदगी विच अपने फर्ज बाखूबी अदा कीते हन, मैं कदी भी पिछे नहीं हटिया अपने फर्जां तो। मैनू भैन भरावां दे विच विचरना पिया ते मैं अपने फर्ज बाखूबी निभाए। मैं रिश्तेदारी विच मिलिया गिलिया, मैं अपने फर्ज बाखूबी निभाए। मेरे दोस्त मित्र सी, उन्हां दे नाल मैं चंगा वरतिया, मतलब अपने फर्ज बाखूबी निभाए। ये किहदी कृपा दे नाल? इस जोगा किसने कीता? जह प्रसाद तू आचार व्यवहारी, तिस प्रभु को सास सास चितारी। सो जिसने तेनू वर्तन जोगा, मिल मिलाप जोगा कीता होया, उस रब नू तू महाराज जी कहंदे सदीवी सदा, सास सास मतलब हर वेले, आठ पहर आराध्य है पूर्ण सतगुर ज्ञान, उसनू सदा ही याद रखी। जय प्रसाद तेरा सुंदर रूप, जय प्रसाद तेरा सुंदर रूप। इत्थे सुंदर रूप का मतलब शक्ल की गल नहीं, हो सकता है फेस शक्ल करके, बॉडी करके, जां हाइट करके कोई सोहना ना भी हो। दुनिया दे विच जिन्ने भी भांडे ने सारे इक्को वर्गे थोड़ो ने, माटी एक या नेक भांत कर साजी साजनहारे। कोई किसी तरह का मनुख है, कोई अपंग भी हो सकता है, हैंडीकैप हो सकता है, कोई नेत्रा तो हीना भी हो सकता है, कोई किसी तरह का हो सकता है। इहदा मतलब इत्थे गल शक्ल दी नहीं, इत्थे गल केवल बाहरले रूप दी नहीं है। बाहरला रूप भी है ते अंदरला रूप भी है। ध्यान देना, एक तन का रूप भी दिखदा, एक मन का रूप भी दिखदा। मैं तन नूं सोहना बना के पेश कर सकदा, लोग कहणगे भी इस इंसान ने बहुत सोहने कपड़े पाए ने, बहुत सोहना इसका चेहरा, संसार कह सकता। पर
ਸੋਹਣਾ ਉਸ ਨੂੰ ਕਹਿੰਦੇ ਨੇ, ਸੁੰਦਰ ਰੂਪ ਉਸ ਨੂੰ ਕਹਿੰਦੇ ਨੇ ਜਿਸ ਦਾ ਮਨ ਸੁੰਦਰ ਹੋਵੇ, ਤਨ ਭਾਵੇਂ ਉਸ ਦਾ ਸੁੰਦਰ ਨਾ ਵੀ ਹੋਵੇ ਸੰਸਾਰੀ ਤੌਰ ਤੇ। ਕਿਉਂਕਿ ਜਿੰਨੇ ਅਸੀਂ ਬੈਠੇ ਹਾਂ ਸਾਰੇ ਆਪਣੇ ਪਿਤਾ ਦੀ ਔਲਾਦ, ਮਾਲਕ ਦੀ ਔਲਾਦ, ਸਤਿਗੁਰੂ ਜਾਂ ਵਾਹਿਗੁਰੂ ਦੇ ਬੱਚੇ ਹਾਂ। ਤੇ ਮਾਂ ਬਾਪ ਦਾ ਕੋਈ ਵੀ ਬੱਚਾ ਕਦੇ ਵੀ ਰੂਪਹੀਨ ਨਹੀਂ ਹੁੰਦਾ, ਮਾੜਾ ਨਹੀਂ ਹੁੰਦਾ, ਸਾਰੇ ਸੋਹਣੇ ਹੁੰਦੇ ਨੇ। ਇੱਕ ਭਿਖਾਰਨ ਦਾ ਬੱਚਾ ਵੀ ਉਹਦੇ ਲਈ ਰਾਜਾ ਹੀ ਹੁੰਦਾ ਹੈ। ਸੋ ਇਸ ਕਰਕੇ ਸੁੰਦਰ ਰੂਪ ਕੋਈ ਬਾਹਰਲੇ ਰੂਪ ਨੂੰ ਨਹੀਂ ਕਿਹਾ, ਜਿਸ ਵਿੱਚ ਗੁਣ ਹੋਣ, ਜਿਸ ਵਿੱਚ ਜਾਗਰਤੀ ਹੋਵੇ, ਜਿਸ ਅੰਦਰ ਗਿਆਨ ਦੀ ਰੌਸ਼ਨੀ ਹੋਵੇ, ਜਿਸ ਦਾ ਸੁਭਾਅ ਪੁੰਨ ਦਾਨ ਪਰਉਪਕਾਰ ਵਾਲਾ ਹੋਵੇ, ਜੋ ਦਿਆਲੂ ਹੋਵੇ, ਜੋ ਸ਼ਰਧਾਲੂ ਹੋਵੇ, ਜੋ ਸ਼ਬਦ ਦੇ ਨਾਲ ਪ੍ਰੇਮ ਰੱਖਦਾ ਹੋਵੇ, ਜੋ ਸੇਵਾ ਸਿਮਰਨ ਦੇ ਨਾਲ ਜੁੜਿਆ ਜਾਂ ਜੁੜਦਾ ਹੋਵੇ, ਉਹਨੂੰ ਸੋਹਣਾ ਕਹਿੰਦੇ ਨੇ। ਦੂਸਰੇ ਸਰੀਰ ਵਾਲੇ ਦੀ ਗੱਲ ਨਹੀਂ ਕੀਤੀ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਕਲੀਅਰ ਕੀਤਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮਹਾਰਾਜ ਜੀ ਕਹਿੰਦੇ ਮੈਨੂੰ ਰਹਿਤ, ਮੈਨੂੰ ਜੀਵਨ, ਮੈਨੂੰ ਮਰਿਆਦਾ, ਬਣਾਏ ਹੋਏ ਨਿਯਮ, ਇਹ ਸਾਨੂੰ ਪਸੰਦ ਨੇ। ਮਸੰਦ ਤੁਸੀਂ ਬੜੀ ਵਾਰ ਸੁਣਿਆ, ਕਿੰਨੇ ਸੁੰਦਰ ਸਨ, ਕਿੰਨੇ ਸੋਹਣੇ, ਉਹ ਡਿਊਟੀ ਆਪਣੀ ਨਿਭਾਉਂਦੇ ਸਨ। ਪਰ ਜਦੋਂ ਉਹ ਅੰਦਰੋਂ ਖਰਾਬ ਹੋ ਗਏ, ਵਿਗੜ ਗਏ, ਫਿਰ ਉਹਨਾਂ ਦਾ ਬਾਹਰੀ ਲਿਬਾਸ ਵੀ ਗੁਰੂ ਸਾਹਿਬ ਨੂੰ ਚੰਗਾ ਨਹੀਂ ਲੱਗਾ ਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਬਾਹਰੋਂ ਤੇ ਉਹਨਾਂ ਦੇ ਸੋਹਣੇ ਦਾੜੇ ਸਨ, ਬਾਹਰੋਂ ਤੇ ਉਹ ਵਸਤਰ ਵੀ ਬਹੁਤ ਸੁੰਦਰ ਪਹਿਨਦੇ ਸਨ, ਦਸਤਾਰ ਵੀ ਸੋਹਣੀ ਪਹਿਨਦੇ ਸਨ, ਬੰਨ੍ਹਦੇ ਸਨ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਸੰਦ ਕਿਸੇ ਸਮੇਂ ਚੰਗੇ ਨਹੀਂ ਲੱਗੇ, ਕਿਉਂਕਿ ਉਹਨਾਂ ਦਾ ਵਿਹਾਰ, ਉਹਨਾਂ ਦਾ ਜੀਵਨ, ਉਹਨਾਂ ਦਾ ਵਰਤਾਓ, ਉਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਅੰਤਰ ਪੈਦਾ ਹੋ ਗਿਆ। ਇਸ ਕਰਕੇ ਉਹ ਸੁੰਦਰ ਨਹੀਂ। ਮਹਾਰਾਜ ਜੀ ਨੂੰ ਉਹ ਸੁੰਦਰ ਲੱਗੇ ਭਾਵੇਂ ਮੁਸਲਮਾਨ ਕਿਉਂ ਨਾ ਸਨ, ਜਿਨ੍ਹਾਂ ਨੇ ਆਪਣਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਏ ਪਾਈਏ। ਮਹਾਰਾਜ ਜੀ ਨੂੰ ਉਹ ਸੋਹਣੇ ਲੱਗੇ। ਸੋ ਇਸ ਕਰਕੇ ਤੂੰ ਅੰਦਰੋਂ ਵੀ ਸੋਹਣਾ, ਮਹਾਰਾਜ ਜੀ ਕਹਿੰਦੇ, ਹੋ ਜਾਏ ਤੇ ਬਾਹਰੋਂ ਵੀ ਸੋਹਣਾ ਹੋ ਜਾਏ। ਜੀਓ ਨਿਰਮਲ ਬਾਹਰੋਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਹੀਂ ਮਨਸਾ ਸਤ ਸਵਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ। ਅੰਦਰੋਂ ਵੀ ਸੁੰਦਰ ਹੋਵੇ ਕਿਧਰੇ, ਬਾਹਰੋਂ ਵੀ ਸੁੰਦਰ ਹੋਵੇ ਤੇ ਸੋਨੇ ਤੇ ਸੁਹਾਗਾ। ਜੇ ਬਾਹਰੋਂ ਕੋਈ ਸੁੰਦਰ ਨਹੀਂ ਵੀ ਹੈ, ਅੰਦਰੋਂ ਸੁੰਦਰ ਹੋਵੇ ਤਾਂ ਵੀ ਉਹ ਪ੍ਰਵਾਨ ਹੈ, ਤਾਂ ਵੀ ਸੋਨੇ ਤੇ ਸੁਹਾਗਾ। ਇਹ ਨਾ ਕਹਿਣਾ ਵੀ ਸੋਨੇ ਤੇ ਸੁਹਾਗਾ ਨਹੀਂ, ਤਾਂ ਵੀ ਬਹੁਤ ਬੈਸਟ, ਬਹੁਤ ਚੰਗਾ। ਸੋ ਇਸ ਲਈ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਗੁਨਾਹ ਕਰਕੇ ਤੂੰ ਸੁੰਦਰ ਬਣਿਆ, ਔਰ ਗੁਨਾਹ ਕਰਕੇ ਤੈਨੂੰ ਲੋਕ ਵਡਿਆਉਂਦੇ ਨੇ, ਗੁਨਾਹ ਕਰਕੇ ਤੇਰੀ ਰਿਸਪੈਕਟ ਇੱਜ਼ਤ ਹੁੰਦੀ ਹੈ। ਸੋ ਪ੍ਰਭ ਸਿਮਰੋ ਸਦਾ ਅਨੂਪ, ਉਸ ਸੋਹਣੇ ਮਾਲਕ ਨੂੰ ਸਦਾ ਯਾਦ ਕਰੀ। ਜੈ ਪ੍ਰਸਾਦ ਤੇਰੀ ਨਿੱਕੀ ਜਾਤ। ਮਹਾਰਾਜ ਜੀ ਕਹਿੰਦੇ, ਜਿਸ ਦੀ ਕਿਰਪਾ ਦੇ ਨਾਲ ਤੈਨੂੰ ਮਨੁੱਖਾ ਜਾਤੀ ਮਿਲੀ ਹੈ, ਪਸ਼ੂ ਜਾਤੀ, ਜਾਨਵਰਾਂ ਵਾਲੀ ਜਾਤੀ ਨਹੀਂ ਮਿਲੀ। ਜੈ ਪ੍ਰਸਾਦ ਤੇਰੀ ਨਿੱਕੀ ਜਾਤ। ਜੇ ਤੂੰ ਮਨੁੱਖ ਜਾਤੀ ਦੇ ਵਿੱਚ ਪੈਦਾ ਹੋਇਆ ਤੇ ਇਹ ਮਾਲਕ ਦੀ ਮਿਹਰ ਹੈ, ਪਰਮੇਸ਼ਰ ਦੀ ਕਿਰਪਾ ਹੈ। ਉਹਦੀ ਕਿਰਪਾ ਦੇ ਨਾਲ ਹੀ ਤੈਨੂੰ ਇਸ ਮਨੁੱਖੀ ਜਾਤੀ ਵਿੱਚ, ਮਨੁੱਖਾ ਜਨਮ ਦੇ ਵਿੱਚ ਆਉਣ ਦਾ ਵਧੀਆ ਮੌਕਾ ਮਿਲਿਆ। ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਹਰ ਪੰਕਤੀ ਦੇ ਨਾਲ ਪਰਮਾਤਮਾ ਨੂੰ ਸਦਾ ਸਦਾ ਸਿਮਰਨ ਦੇ ਬਾਰੇ ਆਖਿਆ ਗਿਆ।
जय प्रसाद तेरी पत रहे, गुर प्रसाद नानक जस कहे। जिस दी कृपा दे नाल तैनू मान मिलदा है, सारी दुनिया नू मान वडियाई नहीं मिलती। ध्यान देना, सारी दुनिया नू इज्जत नहीं मिलती। कई बेइज्जत भी हुंदे हन, कईयां दी तौहीन या नरादरी भी परिवार विच, मुहल्ले विच, समाज विच हुंदी रहिंदी है। पर जे तेरी इज्जत बरकरार है, जे तैनू वडियाई सारे पासों मिल रही है, जे तैनू सारे ही सत्कार दे रहे ने छोटे वड्डे, ते समझी तेरे उत्ते मालक दी किरपा है, बड़ी मेहर है। जय प्रसाद तेरी पत रहे, हर सिमरत तेरी लाज रहे। हर सिमरत तेरी लाज रहे, हर सिमरत जम कछ ना कहे। इस करके लाज तेरी पत तेरी रखण वाला ओही है, शुरू तो ही रखदा आया। हर जुग जुग भगत उपाया, पैज रखदा आया राम राजे। सो इसलिए जे तू सदा ही इसे तरह ही रहना चाहुंदा है, मेरी इज्जत पत इसे तरह बनी रहे, वडियाई मिलती रहे, तो सतगुरु जी कहते जय प्रसाद तेरी पत रहे, गुरु प्रसाद नानक जस कहे। गुरु दी मेहर लैके, गुरु दी बख्शिश बरकत दे नाल उस दी सिफत सलाह करदा रही, जां गुरु कोलों मेहर सदका बरकतां लैंदा रही। यही तेरे जीवन दा मनोरथ है, यही तेरे जीवन दा एम निशाना है। अपने निशाने तो दूर ना जाई, अपने निशाने नू मतलब अपनी मंजिल नू मतलब उस परमात्मा नू मतलब उस ज्ञान नू मतलब उस प्रकाश नू तू हासिल कर लई। बस ज्ञान नू समझना, ज्ञान नू प्राप्त करना और गुरु नू समझ लेना, गुरु दा हो जाना, गुरु दा रूह बन जाना है और गुरु नू समझना है। सो इस करके बाणी गुरु, गुरु है बाणी विच बाणी अमृत सारे। गुरबाणी कहे सेवक जन मानै, प्रतख गुरु निस्तारे। इसी अज दे लड़ीवार शब्द दी विचार जो सतगुरु जी ने बड़ी दया मेहर करके सेवा लई है। सो जो आप जी गुरु दी गोद विच बैठ के देश प्रदेश गुरु शब्द नाल जुड़े हो, आप जी दा बहुत बहुत धन्नवाद। गुरु मेहर करे इस शब्द दा भाव अर्थ असर साडे हिरदे विच सदीवी वसे और गुरु महाराज जी सरबत दा भला करन। आप जी दे परिवारां विच सुख शांति एकता इतफाक प्यार नित नेम सेवा सिमरन दियां दातां बख्शन। सब नूं गुरु महाराज जी तरक्की बख्शे। पर यह सब कुछ संभव ता होना जे असी गुरु शब्द नाल जुड़े रवांगे, असी शब्द नाल टच रवांगे तो बरकतां तां ही आउणियां। जे शब्द तो दूर हो गए ना, शब्द तो टुट गए ना, बरकत भी जाती रहनी है तो गुरु भी दूर हो जाना, तो असी फिर जिंदगी दे विच कदी खुश नहीं हो सकांगे। जिसने खुशियां लैनियां लख खुशियां पातशाहियां, जे सतगुर नदर करे ओदी मेहर दे नाल ही खुशी मिलनी है। सो जो जुड़दा है कदी हो ही नहीं सकता, उसनूं खुशी सुकून शांति जां पीस ऑफ माइंड ना मिले, हो नहीं सकता। भुलां चुकां दी खिमा इन्नी सेवा प्रवान। फतेह बुलाओ। वाहिगुरू जी का खालसा, वाहिगुरू जी की फतेह।